ਜਿਹੜਾ ਰਾਮ ਰਹੀਮ ਹੈ ਉਹ ਹਾਰਡ ਕੋਰ ਕਨਵਿਕਟਡ ਪ੍ਰਿਜ਼ਨਰ ਹੈ। ਆਈ ਰਿਮੈਂਬਰ ਦੈਟ ਮੂਮੈਂਟ, ਕਿੱਦਾਂ ਹਰਿਆਣਾ ਸੀਲ ਹੋਇਆ ਸੀ, ਕਿੱਦਾਂ ਆਮ ਲੋਕਾਂ ਦੇ ਅੱਗਜਣੀ ਹੋਈ ਸੀ, ਕਿੱਦਾਂ ਓਪਨ ਫਾਇਰਿੰਗ ਹੁੰਦੀ ਸੀ, ਕਿਵੇਂ ਅੱਗ ਲਾਈ ਗਈ ਸੀ, ਉਹ ਤਾਂ ਕਿਸੇ ਨੂੰ ਨਹੀਂ ਭੁੱਲਿਆ। ਮੇਰਾ ਤਾਂ ਇੱਥੋਂ ਤੱਕ ਵੀ ਓਪੀਨੀਅਨ ਹੈ ਕਿ ਪੈਰੋਲ ਤੇ ਫਰਲੋ ਵੀ ਗ੍ਰਾਂਟ ਕਰਨੀ ਨਹੀਂ ਬਣਦੀ। ਮੈਂ ਪਿੱਛੇ ਜੇ ਦੇਖ ਰਿਹਾ ਬੰਦਾ ਓਪਨਲੀ ਸਿੱਖ ਧਰਮ ਦੇ ਅਗੇਂਸਟ ਸਟੇਟਮੈਂਟਾਂ ਦਿੰਦਾ ਹੋਵੇ, ਉਹਦੀ ਪੈਰੋਲ ਤਾਂ ਉਸੇ ਦਿਨ ਕੈਂਸਲ ਹੋਣੀ ਬਣਦੀ ਹੈ। ਜੇ ਕੋਈ ਆਮ ਬੰਦਾ ਹੋਵੇ, ਉਹਨੂੰ ਇੰਨੀ ਸਜ਼ਾ ਹੋਈ ਹੋਵੇ, ਉਹਨੂੰ ਕੋਈ ਮਾਫੀ ਦਿੰਦਾ। ਚੰਡੀਗੜ੍ਹੋਂ ਆਏ ਹੋ ਹਾਈ ਕੋਰਟ ਤੋਂ, ਘੁੰਮ ਕੇ ਤਾਂ ਨਹੀਂ ਆਉਣਾ ਪੈਂਦਾ। ਹਾਲਾਂਕਿ ਤੁਸੀਂ ਤਾਂ ਇੱਧਰ ਨੂੰ ਆ ਜਾਂਦੇ ਹੋ। ਬੰਦੀ ਸਿੰਘਾਂ ਦਾ ਰਿਹਾਈ ਮੋਰਚਾ ਲੱਗਿਆ ਹੋਇਆ, ਉਹ ਕਹਿੰਦੇ ਉਹ ਸਜ਼ਾ ਪੂਰੀਆਂ ਹੋ ਗਈਆਂ, ਸਾਨੂੰ ਪੈਰੋਲ ਵੀ ਨਹੀਂ ਮਿਲਦੀ। ਕਾਨੂੰਨ ਕੀ ਕਹਿੰਦਾ, ਉਹ ਬਾਹਰ ਆ ਸਕਦੇ ਨੇ, ਅਗਰ ਨਹੀਂ ਆਉਂਦੇ ਤਾਂ ਕਿਹਨਾਂ ਕਾਰਨਾਂ ਕਰਕੇ। ਗਵਰਨਮੈਂਟ ਜਿਹਨੂੰ ਬਾਹਰ ਲਿਆਉਣਾ ਚਾਹੇ ਬਾਹਰ ਲਿਆ ਰਹੇ ਆ, ਇੰਨਾ ਅਪੋਜ਼ ਹੋ ਰਿਹਾ ਹੋਵੇ ਜਾਂ ਲਾਅ ਐਂਡ ਆਰਡਰ ਦਾ ਖਤਰਾ ਹੋਵੇ, ਐਡੀ ਕੀ ਲੋੜ ਹੈ। ਆਪਣੇ ਖਾਸ ਲੋਕਾਂ ਵਾਸਤੇ ਕਿੱਦਾਂ ਮਤਲਬ ਇਹ ਪੈਰੋਲ ਗ੍ਰਾਂਟ ਕੀਤੀ ਜਾਂਦੀ ਹੈ। ਸਤਿ ਸ਼੍ਰੀ ਅਕਾਲ, ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ, ਮੈਂ ਗਗਨ ਸ਼ੁਕਲਾ। ਕੀ ਹਰਿਆਣਾ ਸਰਕਾਰ ਨੇ ਗੁਰਮੀਤ ਰਾਮ ਰਹੀਮ, ਜੋ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਨੇ, ਉਹਨਾਂ ਦੀ ਸਜ਼ਾ ਮੁਆਫ ਕੀਤੀ ਹੈ? ਵੱਡਾ ਸਵਾਲ ਹੈ ਇਸ 'ਤੇ, ਕਿਉਂਕਿ ਹਰਿਆਣਾ ਸਰਕਾਰ ਵੱਲੋਂ ਰਿਪਬਲਿਕ ਡੇ ਯਾਨੀ ਕਿ ਗਣਤੰਤਰ ਦਿਵਸ ਮੌਕੇ 10 ਸਾਲ ਤੋਂ ਵੱਧ ਜਿਹੜੇ ਸਜ਼ਾ ਯਾਫਤਾ ਮੁਜਰਮ ਨੇ, ਉਹਨਾਂ ਦੀ ਸਜ਼ਾ ਦੇ ਵਿੱਚ 90 ਦਿਨ ਦੀ ਮੁਆਫੀ ਦਿੱਤੀ ਹੈ। ਕੀ ਉਸ ਦੇ ਵਿੱਚ ਰਾਮ ਰਹੀਮ ਆਉਂਦਾ ਹੈ? ਹਾਲਾਂਕਿ ਹਰਿਆਣਾ ਦੇ ਜੇਲ੍ਹ ਮੰਤਰੀ ਇਹ ਸਪਸ਼ਟ ਨਹੀਂ ਕਰ ਸਕੇ, ਪਰ ਸਵਾਲ ਬਹੁਤ ਵੱਡਾ ਹੈ ਕਿ ਉਸ ਦੇ ਵਿੱਚ ਰਾਮ ਰਹੀਮ ਨੂੰ ਰੱਖਿਆ ਗਿਆ, ਕਿਉਂਕਿ ਇਸ ਵੇਲੇ ਰਾਮ ਰਹੀਮ 40 ਦਿਨ ਦੀ ਪੈਰੋਲ ਤੇ ਚੱਲ ਰਹੇ ਨੇ। ਸੋ ਇਸੇ ਤੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਸੁਪਰੀਮ ਕੋਰਟ ਦੇ ਜਾਣੇ ਮਾਨੇ ਵਕੀਲ ਚਰਨਪਾਲ ਸਿੰਘ ਬਾਗੜੀ ਮੌਜੂਦ ਨੇ। ਬਾਗੜੀ ਸਾਹਿਬ, ਡੇਲੀ ਪੋਸਟ ਬਹੁਤ ਸਵਾਗਤ ਹੈ ਜੀ। ਥੈਂਕ ਯੂ। ਬਾਗੜੀ ਸਾਹਿਬ, ਹਾਲਾਂਕਿ ਤੁਸੀਂ ਮੈਨੂੰ ਸੁਣ ਹੀ ਲਿਆ ਹੋਵੇਗਾ, ਪਹਿਲਾਂ ਤਾਂ ਇਹ ਜਾਣਨਾ ਚਾਹੁੰਦਾ ਕਿ ਸਰਕਾਰ ਸਜ਼ਾ ਮੁਆਫੀ ਕਰ ਸਕਦੀ ਹੈ? ਅਗਰ ਕਰ ਸਕਦੀ ਆ ਤਾਂ ਉਹਦੇ ਵਿੱਚ ਕਿਹੜੇ ਪੈਰਾਮੀਟਰਸ ਹੁੰਦੇ ਨੇ, ਕਾਨੂੰਨ ਦੀਆਂ ਕਿਹੜੀਆਂ ਧਾਰਾਵਾਂ ਨੇ ਜਿਨ੍ਹਾਂ ਦੇ ਵਿੱਚ ਮੁਜਰਮ ਨੂੰ ਰੱਖਿਆ ਜਾਂਦਾ? ਕਿਉਂਕਿ ਮੁਜਰਮ ਬਹੁਤ ਤਰ੍ਹਾਂ ਦੇ ਹੁੰਦੇ ਨੇ। ਇੱਕ ਜਿਹੜੇ ਨੇ ਬਹੁਤ ਹਾਰਡ ਕੋਰ ਮੁਜਰਮ ਹੁੰਦੇ ਨੇ, ਇੱਕ ਜਿਨ੍ਹਾਂ ਨੇ ਘੱਟ ਕ੍ਰਾਈਮ ਕੀਤਾ ਹੋਵੇ ਸਜ਼ਾ ਉਹਨਾਂ ਨੂੰ ਵੀ ਹੁੰਦੀ ਹੈ। ਤਾਂ ਸਰਕਾਰ ਇਹ ਚੀਜ਼ ਕਰ ਸਕਦੀ ਹੈ? ਕਾਨੂੰਨ ਦੀਆਂ ਕਿਤਾਬਾਂ ਕੀ ਕਹਿੰਦੀਆਂ ਨੇ? ਯੈਸ, ਦੈਟਸ ਰਾਈਟ। ਦੇਖੋ, ਕਮਿਊਟ ਰਿਮਿਟ ਕਰਨਾ ਸੈਂਟੈਂਸ ਨੂੰ ਕੋਰਟ ਜਿਹੜੀ ਹੈ ਉਹ ਸਜ਼ਾ ਸੁਣਾਉਂਦੀ ਹੈ, ਔਰ ਜਿਹੜੀ ਸਰਕਾਰ ਹੈ, ਸਰਕਾਰ ਗਵਰਨਰ ਤੇ ਪ੍ਰੈਜ਼ੀਡੈਂਟ ਦੇ ਥਰੂ, ਮਤਲਬ ਐਜ਼ ਦੀ ਕੇਸ ਮੇ ਵੀ, ਇਹ ਕੇਸ ਆਪਾਂ ਮਤਲਬ ਬੇਸਿਕਲੀ ਤੁਸੀਂ ਹਰਿਆਣਾ ਗਵਰਨਮੈਂਟ ਨਾਲ ਸੰਬੰਧਿਤ ਹੈ, ਤੋ ਆਰਟੀਕਲ 161 ਐਮਪਾਵਰ ਦੀ ਗਵਰਨਰ ਟੂ ਕਮਿਊਟ ਰਿਮਿਟ ਦੀ ਸੈਂਟੈਂਸ। ਔਰ ਜਿਵੇਂ ਆਪਾਂ ਸਜ਼ਾ ਮਾਫੀ ਦੀ ਗੱਲ ਕਰਦੇ ਹਾਂ, ਬਿਲਕੁਲ ਕਰ ਸਕਦਾ ਹੈ। ਤੁਸੀਂ ਕਿਹਾ ਵੀ ਹੁਣ ਸਜ਼ਾ ਮਾਫ ਕੀਤੀ ਹੈ 26 ਜਨਵਰੀ ਨੂੰ ਮੁੱਖ ਰੱਖ ਕੇ, ਉਹ ਕਾਮਨ ਹੈ, ਯੂਨੀਫਾਰਮ ਸਾਰਿਆਂ ਲਈ ਵੀ, ਜਿਹੜੇ 10 ਸਾਲ ਤੋਂ ਉੱਤੇ ਵਾਲੇ ਨੇ ਉਹਨਾਂ ਦੀ ਇੰਨੇ ਹੀ ਮਾਫ ਕਰਦੇ ਆ। ਇਹਦਾ ਆਨਸਰ ਤਾਂ ਰਹੂਗਾ ਕਿ ਹਾਂ, ਕਰ ਸਕਦੀ ਹੈ। ਕਿ ਜਿਹੜੇ ਹਾਰਡ ਕੋਰ ਕ੍ਰਿਮੀਨਲ ਨੇ, ਪਹਿਲਾਂ ਤਾਂ ਮੈਂ ਤੁਹਾਨੂੰ ਡੈਫੀਨੇਸ਼ਨ ਇਸੇ ਗੱਲ ਦੀ ਕਲੀਅਰ ਕਰਦਾ, ਕਿਉਂਕਿ ਗੱਲ ਰਾਮ ਰਹੀਮ ਨਾਲ ਰਿਲੇਟਡ ਪੁੱਛੀ ਜਾ ਰਹੀ ਹੈ। ਜਿਹੜਾ ਮੇਰਾ ਓਪੀਨੀਅਨ ਹੈ, ਔਰ ਜੋ ਐਕਟ ਦੀ ਹਰਿਆਣਾ ਗੁੱਡ ਕੰਡਕਟ ਪ੍ਰਿਜ਼ਨਰ ਟੈਂਪਰੇਰੀ ਰਿਲੀਜ਼ ਐਕਟ 2022 ਹੈ, ਉਹਦਾ ਸੈਕਸ਼ਨ 21G ਇਹ ਹਾਰਡ ਕੋਰ ਕਨਵਿਕਟਡ ਪ੍ਰਿਜ਼ਨਰਸ ਦੀ ਗੱਲ ਕਰਦਾ ਹੈ। ਔਰ ਇਸ ਦੇ ਮੁਤਾਬਕ ਜਿਹੜਾ ਰਾਮ ਰਹੀਮ ਹੈ ਉਹ ਹਾਰਡ ਕੋਰ ਕਨਵਿਕਟਡ ਪ੍ਰਿਜ਼ਨਰ ਹੈ। ਹਾਰਡ ਕੋਰ ਪ੍ਰਿਜ਼ਨਰ ਦੋ ਕੇਸ ਤੁਸੀਂ ਗੱਲ ਕਰ ਲਓ ਕਿ 2 ਕੇਸਾਂ ਦੇ ਵਿੱਚ ਸਜ਼ਾ ਹੋ ਚੁੱਕੀ ਹੈ, 302 ਦੇ ਵਿੱਚ ਸਜ਼ਾ ਹੋ ਚੁੱਕੀ ਹੈ, ਹਲੇ ਹੋਰ ਕੇਸਿਸ ਵੀ ਪੈਂਡਿੰਗ ਨੇ, ਜਿਵੇਂ ਮੈਂ ਪੜ੍ਹ ਰਿਹਾ ਸੀ ਜੀ। ਜਿਹੜਾ ਇੱਕ ਬੰਦੇ ਨੂੰ FIR ਹੋ ਜਾਂਦੀ ਹੈ, FIR ਹੋਣ ਤੋਂ ਬਾਅਦ ਟ੍ਰਾਇਲ ਚੱਲਦਾ ਹੈ, ਟ੍ਰਾਇਲ ਚੱਲਣ ਤੋਂ ਬਾਅਦ ਹੀ ਇਹ ਸਾਬਤ ਹੁੰਦਾ ਕਿ ਉਹ ਦੋਸ਼ੀ ਹੈ ਜਾਂ ਬੇਕਸੂਰ ਹੈ ਜੀ। ਜਿੰਨੀ ਦੇਰ ਤੱਕ FIR ਹੋਊਗੀ ਉਨੀ ਦੇਰ ਆਪਾਂ ਕਾਨੂੰਨ ਦੇ ਮੁਤਾਬਕ ਉਹਨੂੰ ਦੋਸ਼ੀ ਨਹੀਂ ਕਹਿ ਸਕਦੇ। ਜਦੋਂ ਹੁਣ ਸਜ਼ਾ ਹੋ ਜਾਂਦੀ ਹੈ, ਉਹ ਤੋਂ ਬਾਅਦ ਕਨਵਿਕਸ਼ਨ ਹੁੰਦੀ ਹੈ ਤੇ ਸੈਂਟੈਂਸ ਪ੍ਰਨਾਊਂਸ ਹੁੰਦੀ ਹੈ, ਉਹ ਕਨਵਿਕਟਡ ਹੋ ਜਾਂਦਾ ਪਰਸਨ ਜੀ। ਮੈਂ ਐਮ ਕਮਿੰਗ ਟੂ ਆਨਸਰ ਯੂਅਰ, ਜਿਹੜਾ ਇੱਕ ਜਰਨਲ ਪਬਲਿਕ ਨੂੰ ਵੀ ਆਮ ਭਾਸ਼ਾ 'ਚ ਸਮਝ ਆ ਜੇ। ਹੁਣ ਜਦੋਂ ਸਜ਼ਾ ਸੁਣਾਈ ਸੀ, ਤੁਹਾਨੂੰ ਪਤਾ ਹੋਣਾ ਕਿਸ ਤਰ੍ਹਾਂ ਅੱਗ ਜਲੀ ਹੋਈ ਜਦੋਂ ਸਰੈਂਡਰ ਮਤਲਬ ਕੋਰਟ ਨੇ, ਕਿਉਂਕਿ ਡਿਊਰਿੰਗ ਟ੍ਰਾਇਲ ਬੰਦਾ ਬੇਲ 'ਤੇ ਸੀ,
ਬੇਲ ਹੁੰਦੀ ਹੈ ਉਹ 'ਚ ਕੰਡੀਸ਼ਨ ਹੁੰਦੀ ਹੈ ਵੀ ਤੁਸੀਂ ਪੀਸ ਤੇ ਹਾਰਮਨੀ 'ਚ ਰਹਿਣਾ, ਤੁਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇਲੀਗਲ ਐਕਟੀਵਿਟੀਜ਼ ਨਹੀਂ ਕਰਨੀਆਂ। ਔਰ ਜਦੋਂ ਕੋਰਟ ਬੁਲਾਊਗੀ ਤੁਹਾਨੂੰ ਹਾਜ਼ਰ ਹੋਣਾ ਪਊਗਾ। ਈਵਨ ਹਰ ਤਰੀਕ ਤੇ ਪਿੱਛੇ ਭੁਗਤਣ ਵਾਸਤੇ ਜਾਣਾ ਪੈਂਦਾ ਹੈ। ਐਗਜ਼ੰਪਸ਼ਨ ਐਪਲੀਕੇਸ਼ਨ ਲਾ ਕੇ ਨਹੀਂ, ਇੱਕ ਛੁੱਟੀ ਵੀ ਲੈਣੀ ਪੈਂਦੀ ਹੈ, ਹਰ ਡੇਟ ਤੇ ਜਾਣਾ ਪੈਂਦਾ। ਹੁਣ ਇਹ ਕੇਸ ਵਿੱਚ ਜਦੋਂ CBI ਕੋਰਟ ਨੇ ਕਨਵਿਕਟ ਕਰਨ ਮਤਲਬ ਸਜ਼ਾ ਪ੍ਰਨਾਊਂਸ ਕਰਨੀ ਸੀ, ਉਦੋਂ ਕਿੰਨਾ ਮਤਲਬ ਇੱਕ ਤਰ੍ਹਾਂ ਦਾ ਬੇਲ ਦੀਆਂ ਕੰਡੀਸ਼ਨਾਂ ਨੂੰ ਵਾਇਲੇਟ ਕੀਤਾ ਗਿਆ ਇੱਕ ਪਰਸਨ। ਮੈਂ ਐਕਟ ਦੇ ਕੰਡਕਟ ਦੀ ਗੱਲ ਕਰ ਰਿਹਾ ਜੀ, ਕੋਈ ਇਹਦੇ ਵਿੱਚ ਕਾਨੂੰਨ ਤੋਂ ਬਾਹਰ ਕੋਈ ਗੱਲ ਨਹੀਂ ਕਰ ਰਿਹਾ। ਜਿਸ ਬੰਦੇ ਤੋਂ ਲਾਅ ਐਂਡ ਆਰਡਰ ਦਾ ਓਪਨ ਖਤਰਾ ਹੋਵੇ, ਕਿੰਨੇ ਲੋਕਾਂ ਦੇ ਉੱਤੇ ਹਾਈ ਕੋਰਟ ਦੇ ਵਿੱਚ ਆਈ ਰਿਮੈਂਬਰ ਦੈਟ ਮੂਮੈਂਟ, ਕਿੱਦਾਂ ਹਰਿਆਣਾ ਸੀਲ ਹੋਇਆ ਸੀ, ਕਿੱਦਾਂ ਆਮ ਲੋਕਾਂ ਦੇ ਅੱਗਜਣੀ ਹੋਈ ਸੀ, ਕਿੱਦਾਂ ਓਪਨ ਫਾਇਰਿੰਗ ਹੁੰਦੀ ਸੀ, ਕਿਵੇਂ ਅੱਗ ਲਾਈ ਗਈ ਸੀ, ਉਹ ਤਾਂ ਕਿਸੇ ਨੂੰ ਨਹੀਂ ਭੁੱਲਿਆ। ਸਰਕਾਰ ਕੋਲ ਪਾਵਰ ਹੈ, ਕੋਰਟ ਨੇ ਸਜ਼ਾ ਸੁਣਾਤੀ, ਕੋਰਟ ਦਾ ਉਸ ਤੋਂ ਬਾਅਦ ਕੋਈ ਪ੍ਰੈਰੋਗੇਟਿਵ ਨਹੀਂ ਰਹਿੰਦਾ ਕਿਉਂਕਿ ਸਰਕਾਰ ਦੀਆਂ ਆਪਣੀਆਂ ਪਾਵਰਸ ਨੇ। ਕਾਨੂੰਨ ਨੂੰ ਲਾਗੂ ਕਰਨਾ ਜੁਡੀਸ਼ਰੀ ਨੇ ਵੀ ਤਾਂ ਲਾਗੂ ਹੀ ਕਰਨਾ ਜੀ। ਐਗਜ਼ੈਕਟਿਵ ਹੈ, ਬਿਊਰੋਕ੍ਰੇਸੀ ਹੈ, ਤੇ ਲੈਜਿਸਲੇਚਰ ਆਪਣਾ ਲੈਜਿਸਲੇਟ ਕਰਦੀ ਹੈ, ਤੇ ਇਹ ਬਾਕੀ ਜਿਹੜੇ ਮਤਲਬ ਪਿੱਲਰ ਨੇ ਇੰਪਲੀਮੈਂਟ ਕਰਾਉਣਾ ਕਾਨੂੰਨ ਨੂੰ, ਬਣਾਉਣ ਵਾਲੇ ਤਾਂ ਲੈਜਿਸਲੇਟਿਵ ਨੇ। ਹੁਣ ਉਹੀ ਜਿਹੜੇ ਲੈਜਿਸਲੇਟਿਵ ਅਸੈਂਬਲੀ ਦੇ ਮੈਂਬਰ ਨੇ ਜਾਂ ਮਤਲਬ ਉਹੀ ਅਸਲ ਦੇ ਵਿੱਚ ਜਿੰਨੀ ਵੀ ਮੈਕੈਨਿਜ਼ਮ ਹੈ, ਜੇਲ੍ਹ ਸੁਪਰਿੰਟੈਂਡੈਂਟ ਹੈ, ਉਸ ਤੋਂ ਬਾਅਦ DM ਹੈ, ਡਿਸਟ੍ਰਿਕਟ ਮੈਜਿਸਟ੍ਰੇਟ ਹੈ, DC ਕਹਿ ਦਿੰਦੇ ਹੋ ਤੁਸੀਂ, ਜਿਹੜਾ DCP ਹੈ, ਉਹ ਸਾਰੀ ਇੱਕ ਗਵਰਨਮੈਂਟ ਦੇ ਅੰਡਰ ਵਰਕ ਕਰਦੇ ਆ, ਚਾਹੇ ਉਹ ਪਰੋਲ ਦੇਣ ਵਾਸਤੇ ਕਰ ਰਹੇ ਆ, ਫਰਲੋ ਗ੍ਰਾਂਟ ਕਰਨ ਵਾਸਤੇ ਕਰ ਰਹੇ ਆ। ਹੁਣ ਕਮਿਊਟ ਕਰਨ ਵਾਸਤੇ ਵੀ ਜੇ ਮਤਲਬ ਇਟ ਮੇ ਬੀ ਐਗਜ਼ੰਪਟਡ, ਆਈ ਹੈਵ ਨਾਟ ਸੀਨ ਦੀ ਆਰਡਰ ਵਿਚ ਹੈਜ਼ ਬਿਨ ਪਾਸਡ, ਇਟ ਇਜ਼ ਓਨਲੀ ਬਾਈ ਯੂ, ਕਿ ਵੀ ਇਸ ਬੰਦੇ ਨੂੰ ਹਾਰਡ ਕੋਰ ਨੂੰ ਮੇਰੇ ਅਕੋਰਡਿੰਗਲੀ ਕਾਨੂੰਨ ਹਰ ਇੱਕ ਲਈ ਬਰਾਬਰ ਹੋਣਾ ਚਾਹੀਦਾ। ਜੇ ਹਾਰਡ ਕੋਰ ਲਈ ਤਾਂ ਬਿਲਕੁਲ ਨਹੀਂ ਕੋਈ। ਮੇਰਾ ਤਾਂ ਇੱਥੋਂ ਤੱਕ ਵੀ ਓਪੀਨੀਅਨ ਹੈ ਕਿ ਪੈਰੋਲ ਤੇ ਫਰਲੋ ਵੀ ਗ੍ਰਾਂਟ ਕਰਨੀ ਨਹੀਂ ਬਣਦੀ। ਪਰ ਮੈਂ ਇੱਕ ਸਵਾਲ, ਮੇਰੇ ਸਵਾਲ ਲੈ ਲਿਓ ਇੱਕ ਬਾਗੜੀ ਸਾਹਿਬ, ਆਪਾਂ ਤਾਂ ਸਜ਼ਾ ਮੁਆਫੀ ਦਾ ਜ਼ਿਕਰ ਕਰ ਰਹੇ ਹਾਂ, ਪਰ ਰਾਮ ਰਹੀਮ ਅਗਰ ਮੈਂ ਪਿਛਲੇ 2022 ਦੀ ਗੱਲ ਕਰਾਂ ਤਾਂ ਉਹਦੇ ਵਿੱਚ ਵੀ ਉਹਨਾਂ ਨੂੰ ਪੈਰੋਲ ਮਿਲੀ, ਤਾਂ ਹੁਣ 2023 ਆਉਂਦੇ 40 ਦਿਨ ਦੀ ਪੈਰੋਲ। ਹੁਣ ਹਾਲਾਂਕਿ ਅਜੇ ਥੋੜ੍ਹੇ ਦਿਨ ਪਹਿਲਾਂ ਹੀ ਰਾਮ ਰਹੀਮ ਕੁਝ ਹਫ਼ਤੇ ਪਹਿਲਾਂ ਹੀ ਜਿਹੜੇ ਨੇ ਉਹ ਜੇਲ੍ਹ 'ਚ ਗਏ ਨੇ ਤੇ ਦੁਬਾਰਾ ਉਹਨਾਂ ਨੂੰ ਫੇਰ ਪੈਰੋਲ ਮਿਲ ਗਈ। ਤੁਸੀਂ ਜ਼ਿਕਰ ਕਰਿਆ ਕਿ ਜਦੋਂ ਤੁਸੀਂ ਕੀ ਸਭ ਲੋਕ ਜਾਣਦੇ ਨੇ ਜਦੋਂ ਸਜ਼ਾ ਸੁਣਾਈ ਗਈ ਤਾਂ ਕਿਸ ਤਰ੍ਹਾਂ ਦਾ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਸੀਗੀ। ਕੀ ਲੱਗਦਾ ਹੈ ਕਿ ਜਿਹੜੇ ਦੇਸ਼ ਦੇ ਵਿੱਚ ਦੋ ਕਾਨੂੰਨ ਨੇ, ਦੋ ਕਿਵੇਂ ਹੋ ਸਕਦੇ ਨੇ? ਅਗਰ ਕਿਉਂਕਿ ਸੰਵਿਧਾਨ ਜੇ ਦੇਖਿਆ ਜਾਵੇ ਤਾਂ ਹਰ ਇੱਕ, ਚਾਹੇ ਉਹ ਵੱਡਾ ਹੈ ਚਾਹੇ ਛੋਟਾ ਹੈ, ਕਾਨੂੰਨ ਤਾਂ ਇੱਕ ਹੀ ਹੈ, ਤਾਂ ਪੈਰੋਲ ਕਿਵੇਂ ਤੇ ਉਸ ਤੋਂ ਬਾਅਦ ਸਜ਼ਾ ਮੁਆਫੀ ਦੇ ਵਿੱਚ ਕਿਵੇਂ ਆ ਸਕਦੇ ਨੇ ਉਹ? ਦੇਖੋ, ਸਜ਼ਾ ਮਾਫੀ ਨੂੰ ਤੁਸੀਂ ਅਲੱਗ ਕਰਕੇ ਦੇਖੋਗੇ, ਮੈਂ ਪੈਰੋਲ ਕਿਉਂਕਿ ਅਦਰਵਾਈਜ਼ ਕਨਫਿਊਜ਼ਨ ਕ੍ਰੀਏਟ ਹੋਊਗੀ। ਸਜ਼ਾ ਮਾਫੀ ਵਾਲਾ ਮੈਂ ਸਟਾਰਟਿੰਗ ਦੇ ਵਿੱਚ ਇਹ ਅਲੱਗ-ਅਲੱਗ ਦੱਸਣਾ ਚਾਹੁੰਦਾ ਸੀ ਕਿ ਕਿਉਂਕਿ ਮੇਰੇ ਲਈ ਇਹ ਜਿਹਨੂੰ ਲਾਅ ਦਾ ਨੌਲੇਜ ਹੈ ਉਹਨੂੰ, ਜਾਂ ਨੌਲੇਜ ਜਿਹੜੇ ਸੁਣ ਰਹੇ ਨੇ ਉਹ ਸਮਝ ਜਾਣਗੇ, ਆਮ ਲੋਕਾਂ ਨੂੰ ਸਮਝਣ 'ਚ ਮੁਸ਼ਕਿਲ ਆਊਗੀ। ਸੋ ਮੈਂ ਗੱਲ ਕਰਦਾ, ਮੈਂ ਗੱਲ ਕਰਨ ਹੁਣ ਜਿਹੜਾ ਮਤਲਬ ਪੈਰੋਲ ਗ੍ਰਾਂਟ ਕਰਨੀ ਹੈ, ਪੈਰੋਲ ਦਾ ਸੈਕਸ਼ਨ 3 ਦੇ ਵਿੱਚ ਇਹ 10 ਹਫ਼ਤਿਆਂ ਦੀ ਪੈਰੋਲ ਦਿੱਤੀ ਜਾ ਸਕਦੀ ਹੈ ਔਰ 2 ਵਾਰ 'ਚ ਦਿੱਤੀ ਜਾ ਸਕਦੀ ਹੈ, ਇੱਕ ਸਾਲ 'ਚ। ਹੁਣ ਸਾਲ ਨਵਾਂ ਸ਼ੁਰੂ, ਮੈਂ ਦੱਸਦਾ ਵੀ ਮਿਸਯੂਜ਼ ਕਿਵੇਂ ਹੋ ਰਿਹਾ ਆਪਣੇ ਮਤਲਬ ਖਾਸ ਲੋਕਾਂ ਵਾਸਤੇ, ਕਿੱਦਾਂ ਮਤਲਬ ਇਹ ਮਤਲਬ ਪੈਰੋਲ ਗ੍ਰਾਂਟ ਕੀਤੀ ਜਾਂਦੀ ਹੈ, ਜਾਂ ਆਪਣੇ ਪੋਲੀਟੀਕਲ ਮਾਈਲੇਜ ਲਈ ਕਹਿ ਦਈਏ, ਕਿਉਂਕਿ ਅਦਰਵਾਈਜ਼ ਤਾਂ ਕੋਈ ਇਹਦੇ ਵਿੱਚ ਨਹੀਂ ਬਣਦਾ। ਜੇ ਕੋਈ ਆਮ ਬੰਦਾ ਹੋਵੇ, ਉਹਨੂੰ ਇੰਨੀ ਸਜ਼ਾ ਹੋਈ ਹੋਵੇ, ਉਹਨੂੰ ਕੋਈ ਮਾਫੀ ਦਿੰਦਾ? ਮੈਂ ਇਸ ਗੱਲ ਆਈ ਐਮ ਨਾਟ ਟਾਕਿੰਗ ਅਬਾਊਟ ਸਪੈਸੀਫਿਕ ਪੀਰੀਅਡ ਆਫ ਟਾਈਮ। ਇੱਕ ਮਤਲਬ ਪੰਜਾਬ ਦੇ ਜਿਹੜਾ ਕੋਈ ਕਨਵਿਕਟਡ ਹੈ, ਆਪਾਂ ਬੰਦੀ ਸਿੰਘ ਵੀ ਗੱਲ ਕਰਦੇ ਹਾਂ, ਮੈਂ ਆਉਂਗਾ ਉਸ 'ਤੇ ਵੀ। ਮੈਂ ਓਨਲੀ ਵਨ ਲਾਈਨ ਦੇ ਵਿੱਚ ਮੈਂ ਕਲੀਅਰ ਜ਼ਿਕਰ ਕਰਦਾ। ਮੈਂ ਤੁਸੀਂ ਡਿਸਟਿੰਕਸ਼ਨ ਦੀ ਗੱਲ ਕੀਤੀ ਹੈ ਨਾ, ਪੰਜਾਬ ਦੇ DM ਪਟਿਆਲਾ ਡਿਸਟ੍ਰਿਕਟ ਮੈਜਿਸਟ੍ਰੇਟ DC ਵੀ ਹੁੰਦਾ, ਉਹ ਕਲੈਕਟਰ ਵੀ ਹੁੰਦਾ, ਕਿਉਂਕਿ ਰੈਵਨਿਊ ਦਾ ਮਾਲਕ ਵੀ ਹੁੰਦਾ ਜ਼ਿਲ੍ਹੇ ਦਾ ਉਹ ਜੀ, ਉਹਨੂੰ DM ਵੀ ਡਿਸਟ੍ਰਿਕਟ ਮੈਜਿਸਟ੍ਰੇਟ ਵੀ ਕਰਨੀ ਹੈ। ਉਹਨਾਂ ਨੇ ਰਿਪੋਰਟ ਦੇਣੀ ਹੁੰਦੀ ਹੈ ਜੇਲ੍ਹ ਸੁਪਰਡੈਂਟ ਨੂੰ। ਤੁਸੀਂ ਐਪਲੀਕੇਸ਼ਨ ਦਿੰਦੇ ਹੋ, ਉਹ ਅੱਗੇ ਮਾਰਕ ਕਰਦਾ ਹੈ, ਉਸ ਤੋਂ ਬਾਅਦ ਰਿਪੋਰਟ ਫੀਲਡ 'ਚ ਆਉਂਦੀ ਹੈ ਜੀ। ਉੱਥੇ ਇਹ ਲਿਖ ਕੇ ਭੇਜ ਦਿੱਤਾ ਜਾਂਦਾ ਵੀ ਜੇ ਬੰਦਾ ਬਾਹਰ ਆ ਗਿਆ, ਲਾਅ ਐਂਡ ਆਰਡਰ ਦਾ ਖਤਰਾ ਹੋ ਜਾਊਗਾ, ਇਸ ਬੰਦੇ ਨੂੰ ਜੇ ਬਾਹਰ ਛੱਡਤਾ ਤਾਂ ਫਿਰ ਤੋਂ ਦੁਬਾਰਾ ਮਤਲਬ ਖਤਰਾ, ਅੱਤਵਾਦ ਦਾ ਖਤਰਾ ਹੋ ਜਾਊਗਾ ਜਾਂ ਕੁਛ ਹੋਰ। ਉਹ ਕਿਉਂ ਨਹੀਂ ਪੈਰੋਲ ਮਿਲੀ ਉਹ ਲੋਕਾਂ ਨੂੰ?
ਮੈਂ ਗੱਲ ਕਰਦਾ ਬਿਲਕੁਲ ਸਟੇਟ, ਮੈਂ ਪੰਜਾਬੀ 'ਚ ਦੱਸਦਾ, ਸਰਕਾਰ ਦੇ ਹੱਥ ਵਿੱਚ ਹੈ ਪੈਰੋਲ ਗ੍ਰਾਂਟ ਕਰਨਾ। ਆ ਤੁਹਾਡੇ ਸਾਹਮਣੇ ਹੀ ਹੈ, ਜਿਹੜੇ ਬੰਦੇ ਨੂੰ 2 ਅਫੈਂਸ ਸਭ ਤੋਂ ਪਹਿਲਾਂ ਆਉਂਦੇ ਆ ਜਿਹੜੇ ਹੀਨੀਅਸ ਕ੍ਰਾਈਮ 'ਚ ਆ। ਸੁਪਰੀਮ ਕੋਰਟ ਦੀਆਂ ਤੁਸੀਂ 10 ਜੱਜਮੈਂਟਾਂ ਮੈਂ ਤੁਹਾਨੂੰ ਹੁਣ ਕੱਢ ਦਿੰਦਾ 1 ਮਿੰਟ ਦੇ ਵਿੱਚ, ਤੁਸੀਂ ਨੈੱਟ 'ਤੇ ਪਾ ਲਿਓ ਹੀਨੀਅਸ ਕ੍ਰਾਈਮ ਦੇ ਉੱਤੇ। ਹੀਨੀਅਸ ਕ੍ਰਾਈਮ ਦੇ ਜਿਹੜੇ ਕਨਵਿਕਟਡ ਨੇ ਉਹਨਾਂ ਨੂੰ ਤਾਂ ਕੋਈ ਰਿਲੈਕਸੇਸ਼ਨ ਹੀ ਨਹੀਂ ਹੈ। ਰੇਪ ਵੀ ਹੀਨੀਅਸ ਕ੍ਰਾਈਮ ਹੈ, ਮਰਡਰ ਵੀ ਹੀਨੀਅਸ ਕ੍ਰਾਈਮ ਹੈ। ਇਹ ਤੋਂ ਉੱਤੇ ਦੀ ਐਗਜ਼ਾਮਪਲ ਕੀ ਹੋ ਸਕਦੀ ਹੈ? 20 ਸਾਲ ਦੀ ਸਜ਼ਾ ਕੱਟ ਰਹੇ ਨੇ ਸਰ। ਲਾਈਫ ਇੰਪ੍ਰਿਜ਼ਨਮੈਂਟ ਹੈ, ਇੱਕ 'ਚ ਲਾਈਫ ਇੰਪ੍ਰਿਜ਼ਨਮੈਂਟ ਹੈ। ਇੱਕ ਓਪੀਨੀਅਨ ਦਿੱਤਾ ਜਾ ਰਿਹਾ, ਮੈਂ ਨਹੀਂ ਨਾਮ ਲੈਣਾ, ਕਿ ਵੀ 120 ਕੀ ਹੁੰਦੀ ਹੈ। 120 ਹੁੰਦੀ ਕੌਨਸਪੀਰੇਸੀ ਹੁੰਦੀ ਹੈ। ਮੈਂ ਭਾਵੇਂ ਆਪ ਸ਼ੂਟ ਨਹੀਂ ਕੀਤਾ, ਕਿਸੇ ਨੂੰ ਗੋਲੀ ਨਹੀਂ ਮਾਰੀ ਕਿਸੇ ਦੇ ਮੈਂ, ਪਰ ਮੈਂ ਉਹ ਪਿਸਟਲ ਲਿਆਉਣ ਵਿੱਚ ਜਾਂ ਉਸ ਬੰਦੇ ਨੂੰ ਮਾਰਨ ਵਿੱਚ ਪੂਰਾ ਪੁਰਜ਼ੋਰ ਨਾਲ ਬੈਠ ਕੇ ਜਿਹਨੇ ਸ਼ੂਟ ਕੀਤਾ ਉਹਦੇ ਨਾਲ ਪੂਰੀ ਮੇਰੀ, ਮੈਂ ਚਾਹੇ ਫੌਰਨ ਬੈਠਾ ਹੋਇਆ, ਮੈਂ ਇਹ ਤੋਂ ਵੱਡੀ ਗੱਲ ਕਰ ਦਿੰਦਾ। ਕਾਨੂੰਨ ਜਦੋਂ 120 ਬਣਾਈ ਹੈ ਜਿਹੜੀ ਹੁਣ ਤੱਕ ਪ੍ਰਚਲਿਤ ਹੈ, ਜੇ ਉਹ ਕਹਿੰਦੀ ਹੈ ਜਿੰਨਾ ਦੋਸ਼ੀ ਜਿਹਨੇ ਗੋਲੀ ਚਲਾਈ ਹੈ ਉਹ ਹੈ, ਜਿਹਨੇ ਕੌਨਸਪੀਰੇਸੀ ਕੀਤੀ ਹੈ। ਹੁਣ 302 120 ਇਹਦੇ ਵਿੱਚ ਇੱਕ ਕਿਤੇ ਮੈਂ ਓਪੀਨੀਅਨ ਪੜ੍ਹ ਰਿਹਾ ਵੀ 120 ਦੇ ਵਿੱਚ ਜਾ ਕੇ ਇਹ ਕਿਤੇ ਇਹਦੇ ਅਗੇਂਸਟ ਪਰੂਜ਼ ਹੋਇਆ 302 'ਚ ਸਜ਼ਾ ਫਿਰ ਕਿਵੇਂ ਹੋਗੀ ਲਾਈਫ ਇੰਪ੍ਰਿਜ਼ਨਮੈਂਟ? ਜੇ 120 'ਚ ਕੋਈ ਅਲੱਗ ਸਜ਼ਾ ਦਾ ਪ੍ਰਾਵਧਾਨ ਹੈ? 120 ਤਾਂ ਕੋਈ ਸਜ਼ਾ ਦੱਸਦਾ ਹੀ ਨਹੀਂ ਨਾ। 120 ਤਾਂ ਦੱਸਦਾ ਜਿਹੜਾ ਮੇਨ ਸੈਕਸ਼ਨ ਹੈ। ਜੇ ਉਹ 302 ਦਾ ਤਾਂ 302 ਵਾਲੀ ਸਜ਼ਾ ਉਹਨੂੰ ਹੋਣੀ ਹੈ, ਚਾਹੇ ਉੱਥੇ ਪਾਰਟੀ ਮੌਕੇ 'ਤੇ ਬੰਦਾ ਨਹੀਂ ਸੀ। ਸੋ ਦਿਸ ਇਜ਼ ਦੀ ਬੈਡ ਫੇਜ਼ ਆਫ ਆਰ ਡੈਮੋਕ੍ਰੇਸੀ ਐਂਡ ਵੀ ਆਰ ਅਬਜ਼ਰਵਿੰਗ ਐਂਡ ਵੀ ਆਰ ਹੈਲਪਲੈਸ। ਤੁਸੀਂ ਕਿਹਾ ਕਾਨੂੰਨ ਦਾ ਮਿਸਯੂਜ਼ ਹੁੰਦਾ, ਕੀ ਲੱਗਦਾ ਤੁਹਾਨੂੰ ਕਿ ਆਪਣੇ ਹਿਸਾਬ ਦੇ ਨਾਲ ਹੀ ਚਲਾਇਆ ਜਾ ਰਿਹਾ? ਤੁਹਾਡੇ ਸਾਹਮਣੇ ਹੀ ਹੋ ਰਿਹਾ। ਮੈਂ ਇਹ ਤਾਂ ਹੁਣ ਤੁਸੀਂ ਓਪਨ ਐਡਾ ਜਿਗਰਾ ਹੋਵੇ ਕਿ ਵੀ ਹਾਂ ਮਤਲਬ ਇੰਨਾ ਅਪੋਜ਼ ਹੁੰਦਾ। ਮੈਂ ਤੁਹਾਨੂੰ ਹੋਰ ਇੱਕ ਇਹ ਤੋਂ ਨੈਕਸਟ ਚੱਲਦਾ। ਜਦੋਂ ਪੈਰੋਲ ਮਿਲਦੀ ਹੈ ਜੀ, ਪੈਰੋਲ ਕੰਡੀਸ਼ਨਸ 'ਤੇ ਮਿਲਦੀ ਹੈ। ਜਿਹੜਾ ਲਾਈਫ ਇੰਪ੍ਰਿਜ਼ਨਮੈਂਟ 'ਤੇ ਆਇਆ 5 ਲੱਖ ਦਾ ਤਾਂ ਉਹਨੇ ਬੌਂਡ ਭਰਿਆ ਹੋਊਗਾ। ਇਹਨਾਂ ਦਾ ਸੈਕਸ਼ਨ ਇਹਨਾਂ ਦਾ ਹੀ ਦਿਖਾ ਦਿੰਦਾ ਮੈਂ। ਲੱਖ ਦੇ ਬੌਂਡ ਨਾਲ ਨਹੀਂ ਉਹ ਕਹਿੰਦਾ ਵੀ ਨਹੀਂ ਮੈਂ ਪੀਸਫੁਲ ਰਹੂੰਗਾ, ਸਭ ਕੁਛ ਕਰੂੰਗਾ। ਉਹ ਡਰ ਕੇ ਰਹਿੰਦਾ ਮੇਰੇ ਤੋਂ ਗਲਤੀ ਨਾ ਹੋ ਜੇ। ਮੈਂ ਪਿੱਛੇ ਜੇ ਦੇਖ ਰਿਹਾ ਬੰਦਾ ਓਪਨਲੀ ਸਿੱਖ ਧਰਮ ਦੇ ਅਗੇਂਸਟ ਸਟੇਟਮੈਂਟਾਂ ਦਿੰਦਾ ਹੋਵੇ, ਉਹਦੀ ਪੈਰੋਲ ਤਾਂ ਉਸੇ ਦਿਨ ਕੈਂਸਲ ਹੋਣੀ ਬਣਦੀ ਹੈ। ਕੀ ਇਹ ਬਾਹਰ ਸਿੱਖ ਧਰਮ ਦੇ ਅਗੇਂਸਟ ਸਟੇਟਮੈਂਟਾਂ ਦਿਵਾਉਣ ਲਈ ਛੱਡਿਆ ਜਾਂਦਾ? ਜੇ ਕਿਸੇ ਮੈਂ ਕੁਛ ਨਹੀਂ ਇਹਦੇ 'ਤੇ, ਮੇਰਾ ਆਪਣਾ ਓਪੀਨੀਅਨ ਹੈ, ਆਈ ਹੈਵ ਦੀ ਵਿਜ਼ਡਮ ਟੂ ਸੇ ਸੋ। ਕੀ ਇਹ ਬੰਦਾ ਜੋ ਹੀ ਬਿਲੋਂਗ ਟੂ ਸਿੱਖ ਕਮਿਊਨਿਟੀ ਅਦਰਵਾਈਜ਼, ਇਹ ਮੈਨੂੰ ਤਾਂ ਇੱਥੋਂ ਤੱਕ ਲੱਗਦਾ ਵੀ ਇਹਦੇ ਪਿੱਛੇ ਕੋਈ ਹੋਰ ਆਪਾਂ ਵੀ ਸ਼ੁੱਡ ਥਿੰਕ ਔਨ ਦੈਟ ਪ੍ਰੋਪੋਜੀਸ਼ਨ ਆਲਸੋ, ਕਿ ਵੀ ਕੀ ਕੋਈ ਇੱਦਾਂ ਦਾ ਇਸ਼ੂ ਤਾਂ ਨਹੀਂ ਬਣਦਾ ਜਾ ਰਿਹਾ ਕਿਤੇ ਵੀ ਇੱਦਾਂ ਦਾ ਪ੍ਰੋਬਲਮ ਲਾਅ ਐਂਡ ਆਰਡਰ ਨੂੰ ਪ੍ਰੋਬਲਮ ਕ੍ਰੀਏਟ ਕਰਨ ਲਈ ਉਹ ਛੱਡਿਆ ਜਾ ਰਿਹਾ ਹੈ। ਬਾਕੀ ਸਾਹਿਬ ਇੱਕ ਚੀਜ਼ ਹੋਰ ਹੈ ਕਿ ਜਦੋਂ ਪੈਰੋਲ 'ਤੇ ਕੈਦੀ ਆਉਂਦੇ ਨੇ, ਔਨਲਾਈਨ ਸਤਸੰਗ ਕਰਿਆ ਜਾ ਸਕਦਾ? ਸਤਸੰਗ ਕਰਦੇ ਨੇ ਉਹ? ਦੇਖੋ ਮੈਂ ਤੁਹਾਨੂੰ ਦੱਸਦਾ ਵਿਜ਼ਡਮੇਜ ਕੰਡੀਸ਼ਨ, ਕਿਉਂਕਿ ਮੇਰੇ ਕੋਲ ਪ੍ਰੋਪਰ ਆਰਡਰ ਨਹੀਂ ਹੈ। ਅਸਲ ਵਿੱਚ ਤਾਂ ਸਤਸੰਗ ਕਰਨਾ, ਬੈਠ ਕੇ ਸਾਹ ਲੈਣਾ, ਜੇ ਪੈਰੋਲ 'ਤੇ ਆ ਗਿਆ ਬੰਦਾ ਸਾਹ ਲੈ ਸਕਦਾ, ਬਾਹਰ ਰਹੂਗਾ, ਜੀਊ ਤਾਂ ਸਕਦਾ, ਖਾ ਵੀ ਸਕਦਾ, ਪਰ ਕੀ ਉਹ ਕੋਈ ਭੜਕਾਉਣ ਵਾਲੀਆਂ ਸਟੇਟਮੈਂਟਾਂ ਦੇ ਸਕਦਾ? ਕੀ ਉਹ ਇਹ ਕਹਿ ਸਕਦਾ ਵੀ ਕਿਸੇ ਜਥੇਬੰਦੀ ਨੇ ਇਹ ਕਹਿਤਾ ਪੰਜਾਬ ਦੀ ਨੇ ਵੀ ਅਸੀਂ ਡੇਰਾ ਨਹੀਂ ਖੋਲ੍ਹਣ ਦੇਣਾ? ਸਪੋਜ਼ ਕਿਸੇ ਨੇ ਵੀ ਇਹ ਗੱਲ ਕਰਤੀ, ਉਹ ਕਹੇ ਮੈਂ ਖੋਲ੍ਹ ਕੇ ਦਿਖਾਊਂਗਾ, ਤਾਂ ਇੰਟਰਵੀਨ ਕਰਨ ਵਾਲਾ ਕੁਐਸਚਨ ਹੈ। ਇਹ 'ਚ ਸਾਨੂੰ ਦੱਸਣ ਦੀ ਇਹਨਾਂ ਨੂੰ ਕਾਨੂੰਨ ਸਿਖਾਉਣ ਦੀ ਸਾਨੂੰ ਲੋੜ ਹੈ? ਇਹਨਾਂ ਕੋਲੇ ਹਜ਼ਾਰ ਵਕੀਲ ਹੈ, ਹਰਿਆਣਾ ਸਰਕਾਰ ਕੋਲ ਨੂੰ ਨਹੀਂ ਪਤਾ ਕੀ ਹੋ ਕੀ ਰਿਹਾ। ਇਹ ਪੰਜਾਬ ਦੱਸੂਗਾ ਜਾਂ ਮਤਲਬ ਪੰਜਾਬ ਤੇ ਹਰਿਆਣਾ ਇੱਕੋ ਆ? ਮੈਂ ਤਾਂ ਇਹਨਾਂ ਨੂੰ ਡਿਫਰੈਂਟ ਹੀ ਨਹੀਂ ਸਮਝਦਾ। ਇਹ ਬਣਾਉਣ ਵਾਲੀਆਂ ਇਹ ਸਰਕਾਰਾਂ ਨੇ। ਤੁਸੀਂ ਹਰਿਆਣੇ 'ਚ ਚੱਲ ਜਾਓ, ਪੰਜਾਬ 'ਚ ਚੱਲ ਜਾਓ, ਇੱਕੋ ਨੇ ਇਹ, ਇੱਥੋਂ ਹੀ ਬਣਿਆ, ਕੋਈ ਪ੍ਰੋਬਲਮ ਨਹੀਂ। ਪਰ ਇਟ ਸ਼ੁੱਡ ਨਾਟ ਬੀ ਲਾਈਕ ਦਿਸ। ਔਰ ਮੈਨੂੰ ਆਪਣੇ ਆਪ ਜਦੋਂ ਮੈਂ ਇਹਨੂੰ ਗੋ ਥਰੂ ਕਰਦਾ, ਜਦੋਂ ਮਤਲਬ ਤੱਕੜੀ ਤੋਲਣ ਵਾਲੀ 'ਚ ਇੰਨਾ ਜ਼ਿਆਦਾ ਮਤਲਬ ਫਰਕ ਲੱਗਦਾ ਹੈ, ਰੀਅਲੀ ਇਹ ਮੈਨੂੰ ਡਿਸਹੈਪੀ ਕਰਦਾ। ਮੈਂ ਕਹਿੰਦਾ ਇਹ ਡਾਰਕ ਡੇਜ਼ ਆਫ ਡੈਮੋਕ੍ਰੇਸੀ ਨੇ, ਇੰਡੀਅਨ ਡੈਮੋਕ੍ਰੇਸੀ। ਵਾਟ ਇਜ਼ ਹੈਪਨਿੰਗ, ਵਾਟ ਇਜ਼ ਗੋਇੰਗ ਟੂ ਹੈਪਨ? ਜਿੱਥੇ ਅਸੀਂ ਇਕੁਐਲਿਟੀ ਦੀ ਗੱਲ ਕਰਦੇ ਹਾਂ, ਬਰਾਬਰਤਾ ਦੀ ਗੱਲ ਕਰਦੇ ਹਾਂ, ਤਾਂ ਸ਼ਰੇਆਮ ਧੱਕਾ ਹੋ ਰਿਹਾ। ਭਾਈ ਸਾਹਿਬ ਲਾਸਟ ਕਮੈਂਟ ਲੈਣਾ ਚਾਹੁੰਦਾ ਹੈ। ਚੰਡੀਗੜ੍ਹੋਂ ਆਏ ਹੋ ਹਾਈ ਕੋਰਟ ਤੋਂ, ਹੁਣ ਘੁੰਮ ਕੇ ਤਾਂ ਨਹੀਂ ਆਉਣਾ ਪੈਂਦਾ, ਹਾਲਾਂਕਿ ਤੁਸੀਂ ਤਾਂ ਇੱਧਰ ਨੂੰ ਆ ਜਾਂਦੇ ਹੋ। ਬੰਦੀ ਸਿੰਘਾਂ ਦਾ ਰਿਹਾਈ ਮੋਰਚਾ ਲੱਗਿਆ ਹੋਇਆ, ਉਹ ਕਹਿੰਦੇ ਉਹ ਸਜ਼ਾ ਪੂਰੀਆਂ ਹੋ ਗਈਆਂ, ਸਾਨੂੰ ਪੈਰੋਲ ਵੀ ਨਹੀਂ ਮਿਲਦੀ। ਕਾਨੂੰਨ ਕੀ ਕਹਿੰਦਾ? ਉਹ ਬਾਹਰ ਆ ਸਕਦੇ ਨੇ, ਅਗਰ ਨਹੀਂ ਆਉਂਦੇ ਤਾਂ ਕਿਹਨਾਂ ਕਾਰਨਾਂ ਕਰਕੇ? ਦੇਖੋ ਤੁਸੀਂ ਬੰਦੀ ਸਿੰਘਾਂ ਦੀ ਗੱਲ ਕੀਤੀ ਹੈ, ਇੱਕ ਨਾਮ ਲੈ ਕੇ ਤੁਸੀਂ ਨਹੀਂ ਗੱਲ ਕੀਤੀ।
ਜੇ ਯੂਟੀ 'ਚ ਅਫੈਂਸ ਹੋਇਆ, ਯੂਟੀ ਚੰਡੀਗੜ੍ਹ ਦੇ ਵਿੱਚ ਸਾਡੇ ਸਿੰਘ ਮਤਲਬ ਅੰਦਰ ਨੇ ਕਿਸੇ ਉਹਦੇ 'ਚ ਯੂਟੀ ਦਾ ਇੱਕ ਰੋਲ ਹੋ ਗਿਆ। ਉਸ ਤੋਂ ਬਾਅਦ ਡਿਊਰਿੰਗ ਇਸ ਤੋਂ ਪੰਜਾਬ ਦੀਆਂ FIRs ਅਲੱਗ ਤੋਂ ਹੋ ਗਈਆਂ, ਜਾਂ ਦਿੱਲੀ ਦੇ ਵਿੱਚ ਕੋਈ FIRs ਨੇ, ਉਹਦੇ ਵਿੱਚ ਕਲੈਕਟਿਵਲੀ ਮਤਲਬ ਜਿਹੜੀ ਸਟੇਟ ਕੋਲ ਜਿਵੇਂ ਇਹ ਪਾਵਰ ਹੈ ਉਹ ਲੈਣ ਦਾ ਇੱਕ ਡਿਫਰੈਂਟ ਪਾਰਟ ਹੈ। ਜੱਜਮੈਂਟ ਕੀ ਹੈ ਜਿਹਦੇ ਨਾਲ ਕਨਵਿਕਸ਼ਨ ਹੋਈ ਹੈ। ਮੈਂ ਇਹ ਗੱਲ ਕਰਦਾ ਹਾਂ ਕਿ ਜਿਹੜੀ ਗਵਰਨਮੈਂਟ ਹੈ, ਤੁਸੀਂ ਐਗਜ਼ਾਮਪਲ ਦੇ ਕੇ ਮੈਂ ਬੰਦ ਕਰ ਦੂੰਗਾ, ਸਮਝਦਾਰਾਂ ਨੇ ਬਿਲਕੁਲ ਸਮਝ ਜਾਣਾ। ਫਾਂਸੀ ਦੀ ਸਜ਼ਾ ਹੋਈ ਹੋਵੇ, ਸੁਪਰੀਮ ਕੋਰਟ ਤੱਕ ਬੰਦੇ ਨੂੰ ਫਾਂਸੀ ਦੀ ਸਜ਼ਾ ਹੋ ਜਾਵੇ ਵੀ ਇਹਨੂੰ ਲਟਕਾਉਣਾ ਹੈ, ਪ੍ਰੈਜ਼ੀਡੈਂਟ ਪਾਰਡਨ ਦੇ ਦੇਵੇ, ਉਹਨੂੰ ਮਾਫੀ ਦੇ ਦੇਵੇ, ਮਾਫ ਹੋ ਜਾਂਦੀ ਹੈ। ਹੁਣ ਤੁਸੀਂ ਮੈਨੂੰ ਤੁਸੀਂ ਪੁੱਛ ਰਹੇ ਹੋ ਵੀ ਸਰਕਾਰ ਕੋਲ ਪਾਵਰ ਹੈ ਜਾਂ ਇਹ ਮਾਫ ਹੋ ਸਕਦਾ ਹੈ। ਹੁਣ ਇਹ ਤੋਂ ਉੱਤੇ ਦੀ ਐਗਜ਼ਾਮਪਲ ਕੀ ਹੈ? ਦੀ ਪ੍ਰੈਜ਼ੀਡੈਂਟ ਆਫ ਇੰਡੀਆ ਐਕਸਰਸਾਈਜ਼ਸ ਦੀ ਪਾਵਰਸ ਆਫ ਕਰੋਨ ਸਪੈਸ਼ਲ, ਨਹੀਂ ਅਦਰਵਾਈਜ਼ ਤਾਂ ਇਹ ਹੈ ਵੀ ਆਪਾਂ ਕਹਿੰਦੇ ਸੁਪਰੀਮ ਕੋਰਟ ਤੋਂ ਉੱਤੇ ਕੁਛ ਨਹੀਂ ਹੈ। ਹੁਣ ਇਟ ਮੀਨਸ ਜੇ ਸਟੇਟ ਦੇ ਗਵਰਨਰ ਹੈ ਅਤੇ ਜੇ 3 ਜਾਂ 4 ਸਟੇਟਾਂ 'ਚ ਇਨਵੋਲਵ ਕਰਦਾ ਪ੍ਰੈਜ਼ੀਡੈਂਟ ਹੈ, ਕਰਾਉਣਾ ਕਿਹਨੇ ਹੁੰਦਾ ਮੈਨੂੰ ਦੱਸਣ ਦੀ ਲੋੜ ਨਹੀਂ। ਗਵਰਨਮੈਂਟ ਦੇ ਨਾਲ ਕੋਆਰਡੀਨੇਸ਼ਨ 'ਚ ਚੱਲਣਾ। ਜਿਹੜਾ ਵੀ ਐਕਟ ਬਣਦਾ ਉਹਦੀ ਅਸੈਂਟ ਕੌਣ ਦਿੰਦਾ? ਗਵਰਨਰ ਅਤੇ ਪ੍ਰੈਜ਼ੀਡੈਂਟ। ਜੇ ਇੱਕ ਵਾਰ ਵਾਪਸ ਭੇਜਵੇ, ਦੂਜੀ ਵਾਰ ਭੇਜ ਦੇਣ, ਸੇਮ ਉਹਨੂੰ ਸਾਈਨ ਵੀ ਕਰਨੇ ਪੈਂਦੇ ਨੇ। ਇਹ ਵੀ ਸਭ ਨੂੰ ਕਲੀਅਰ ਹੈ। ਜੇ ਕਿਸੇ ਐਕਟ ਨੂੰ ਜਾਂ ਕਾਨੂੰਨ ਨੂੰ ਜਾਂ ਕਿਸੇ ਵੀ ਫੰਕਸ਼ਨ ਨੂੰ ਪ੍ਰੈਜ਼ੀਡੈਂਟ ਕੋਲ ਸੈਂਟਰਲ ਲੈਜਿਸਲੇਚਰ ਭੇਜ ਦਿੰਦਾ ਅਤੇ ਉਹਨੂੰ ਕਹਿ ਦਿੰਦਾ ਨਹੀਂ ਮੈਂ ਨਹੀਂ ਸਾਈਨ ਕਰਦਾ, ਰਿਜੈਕਟ ਕਰਦਾ। ਉਸ ਤੋਂ ਬਾਅਦ ਰੀਕਨਸੀਡਰ ਕਰਕੇ ਸੇਮ ਦੁਬਾਰਾ ਫਿਰ ਭੇਜ ਦਿੱਤਾ ਜਾਵੇ, ਸਾਈਨ ਵੀ ਕਰਨੇ ਪੈਂਦੇ ਨੇ। ਸੋ ਕੁਐਸਚਨ ਇਹ ਹੈ ਕਿ ਜਿਹੜਾ ਆਨਸਰ ਕਿ ਸਰਕਾਰਾਂ ਦੇ ਹੱਥ 'ਚ ਹੈ। ਕੋਰਟ ਨੇ ਬੇਸ਼ੱਕ ਕੁਛ ਕੀਤਾ ਹੋਇਆ, ਹੁਣ ਇਹ ਕਹਿਣਾ ਵੀ ਕੋਰਟ ਨੇ ਛੱਡਿਆ ਜਾਂ ਮਤਲਬ ਕਿਸੇ ਹੋਰ ਨੇ, ਬਿਲਕੁਲ ਗਲਤ ਹੈ। ਕੋਰਟ ਨੇ ਸਜ਼ਾ ਕੀਤੀ ਹੋਈ ਹੈ। ਸਜ਼ਾ ਦੀ ਹਲੇ ਰਿਵੀਜ਼ਨ ਅਪੀਲਾਂ ਦਾਇਰ ਨੇ। ਉਹਦੇ ਵਿੱਚ ਕੋਈ, ਜਿੱਥੋਂ ਤੱਕ ਮੇਰਾ ਨੌਲੇਜ ਹੈ, ਜੇ ਸਸਪੈਂਡ ਹੋ ਜਾਂਦੀ ਸੈਂਟੈਂਸ ਫਿਰ ਤਾਂ ਆਟੋਮੈਟਿਕਲੀ ਬਾਹਰ ਆ ਜਾਣਾ ਸੀ, ਫਿਰ ਪੈਰੋਲ ਦਾ ਕੋਈ ਕੁਐਸਚਨ ਨਹੀਂ। ਇਹਦਾ ਮਤਲਬ ਸੈਂਟੈਂਸ ਜਿਹੜੀ ਆ ਉਹ ਬਰਕਰਾਰ ਹੈ, ਹਲੇ ਸਸਪੈਂਡ ਵੀ ਨਹੀਂ ਹੋਈ ਹਾਈ ਕੋਰਟ 'ਚੋਂ। ਸਰਕਾਰ ਜਿਹੜੀ ਹੈ ਉਹ ਆਪਣੀਆਂ ਪਾਵਰਸ ਐਕਸਰਸਾਈਜ਼ ਕਰਕੇ, ਮਤਲਬ ਸਰਕਾਰ ਦੀ ਨੀਅਤ 'ਚ ਫਰਕ ਹੈ, ਪੰਜਾਬੀ 'ਚ ਗੱਲ ਹੈ ਜੋ ਨਹੀਂ ਹੁਣ ਕਲੀਅਰ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ ਹੈ। ਗਵਰਨਮੈਂਟ ਜਿਹਨੂੰ ਬਾਹਰ ਲਿਆਉਣਾ ਚਾਹੇ ਬਾਹਰ ਲਿਆ ਰਹੇ ਆ, ਇੰਨਾ ਅਪੋਜ਼ ਹੋ ਰਿਹਾ ਹੋਵੇ ਜਾਂ ਲਾਅ ਐਂਡ ਆਰਡਰ ਦਾ ਖਤਰਾ ਹੋਵੇ, ਐਡੀ ਕੀ ਲੋੜ ਹੈ? ਮੈਨੂੰ ਤੁਸੀਂ ਦੱਸੋ, ਸਪੋਜ਼ ਕੋਈ ਬੰਦਾ ਕਹਿੰਦਾ ਵੀ 1000 ਬੰਦਾ ਜਾਂ ਇੱਕ ਕਮਿਊਨਿਟੀ ਅਪੋਜ਼ ਕਰਦੀ ਹੈ ਔਰ ਲੀਗਲੀ ਕਿਸੇ ਰੀਜ਼ਨ ਕਰਕੇ ਹੀ ਕਰਦੀ ਹੈ। ਹੁਣ ਤਾਂ ਇਹ ਵੀ ਨਹੀਂ ਹੈ ਕਿ ਵੀ FIR ਹੈ, ਹੁਣ ਤੇ ਕਨਵਿਕਸ਼ਨ ਤੇ ਸੈਂਟੈਂਸ ਵੀ ਪ੍ਰੋਨਾਊਂਸ ਹੋ ਗਈ, ਇਸ ਤੋਂ ਉੱਤੇ ਤਾਂ ਕੁਛ ਨਹੀਂ। ਸੋ ਦਿਸ ਇਜ਼ ਆਲ ਵਟ ਇਜ਼ ਮਾਈ ਓਪੀਨੀਅਨ ਕੁਆ ਦੀ ਸੇਮ। ਠੀਕ ਹੈ, ਬਹੁਤ ਮਿਹਰਬਾਨੀ ਸਮਾਂ ਦੇਣ ਦੇ ਲਈ। ਸੋ ਸੁਪਰੀਮ ਕੋਰਟ ਦੇ ਵਕੀਲ ਨੇ ਚਰਨਪਾਲ ਸਿੰਘ ਬਾਗੜੀ। ਬਹੁਤ ਵੱਡਾ ਸਵਾਲ ਹੈ ਕਿ ਅਗਰ ਸਜ਼ਾ ਮੁਆਫੀ ਹੁੰਦੀ ਹੈ ਤਾਂ ਉਹ ਕਿਹਨਾਂ ਕਾਨੂੰਨ ਦੇ ਤਹਿਤ ਹੁੰਦੀ ਹੈ, ਉਹ ਕਿਹੜੇ ਪੈਰਾਮੀਟਰਸ ਰਹਿਣਗੇ? ਆਖਿਰ ਪੈਰੋਲ ਕੀ ਹਾਰਡਕੋਰ ਕ੍ਰਿਮੀਨਲਸ ਨੂੰ ਪੈਰੋਲ ਮਿਲਣੀ ਚਾਹੀਦੀ ਆ? ਅਗਰ ਮਿਲਣੀ ਚਾਹੀਦੀ ਆ ਤਾਂ ਕਿਉਂ ਮਿਲਦੀ ਆ, ਕਿਵੇਂ ਮਿਲਦੀ ਆ? ਤਾਂ ਕਾਨੂੰਨ ਦਾ ਮਿਸਯੂਜ਼ ਕਿਵੇਂ ਹੁੰਦਾ ਹੈ? ਤੁਹਾਨੂੰ ਬਾਰੀਕੀ ਨਾਲ ਸਾਡਾ ਅੱਜ ਦਾ ਇੰਟਰਵਿਊ ਕਰਨ ਦਾ ਮਤਲਬ ਹੈ ਕਿ ਕਾਨੂੰਨ ਦੇ ਜਿਹੜੇ ਜਾਣਕਾਰ ਨੇ, ਜਿਹੜੇ ਕਾਲੇ ਕੋਟ ਪਾ ਕੇ ਕਾਨੂੰਨ ਦੇ ਮਾਹਰ ਸਰਕਾਰ ਦੇ ਵਿੱਚ ਬੈਠੇ ਨੇ, ਉਹ ਕਾਨੂੰਨ ਦਾ ਮਿਸਯੂਜ਼ ਕਿਵੇਂ ਕਰਦੇ ਨੇ, ਸਰਕਾਰਾਂ ਆਪਣੇ ਚਹੇਤਿਆਂ ਨੂੰ ਕਿਵੇਂ ਬਾਹਰ ਲੈ ਕੇ ਆਉਂਦੀਆਂ ਨੇ, ਇਹ ਤੁਹਾਨੂੰ ਅਸੀਂ ਪੰਜਾਬੀ 'ਚ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਕੈਮਰਾਮੈਨ ਰੋਸ਼ਨ ਦੇ ਨਾਲ ਗਗਨ ਸ਼ੁਕਲਾ, ਡੇਲੀ ਪੋਸਟ ਪੰਜਾਬੀ।